हेलो स्टूडेंट्स, अपना नेक्स्ट टॉपिक है एस्केप वेलोसिटी एंड ऑर्बिटल वेलोसिटी। ਆਪਾਂ ਪਿਛਲੇ ਟੌਪਿਕ ਦੇ ਵਿੱਚ ਸਪੋਜ਼ ਕੀਤਾ ਸੀਗਾ ਕਿ ਆਪਾਂ ਜਦੋਂ ਕਿਸੇ ਬਾਡੀ ਨੂੰ ਪ੍ਰੋਜੈਕਟ ਕਰਦੇ ਆ ਅਪਵਰਡਸ ਤਾਂ ਕੁਝ ਹਾਈਟ ਅਟੇਨ ਕਰ ਲੈਂਦੀ ਹੈ ਉਹ ਬਾਡੀ। ਠੀਕ ਹੈ, ਕੁਝ ਹਾਈਟ ਅਟੇਨ ਕਰਕੇ ਉਹ ਵਾਪਸ ਫਾਲ ਬੈਕ ਹੁੰਦੀ ਹੈ ਅਰਥ ਤੇ। ਠੀਕ ਹੈ, ਕੁਝ ਆਪਾਂ ਹੋਰ ਸਪੀਡ ਇਨਕਰੀਜ਼ ਕਰ ਦਿੰਨੇ ਆ। ਸਪੀਡ ਇਨਕਰੀਜ਼ ਕਰਨ ਨਾਲ ਉਹ ਥੋੜੀ ਹੋਰ ਜ਼ਿਆਦਾ ਹਾਈਟ ਅਟੇਨ ਕਰਕੇ ਕੁਝ ਸਪੀਡ ਦੇ ਨਾਲ ਥੋੜੀ ਜ਼ਿਆਦਾ ਉਚਾਈ ਤੱਕ ਜਾਂਦੀ ਹੈ ਐਂਡ ਫਿਰ ਉਹ ਵਾਪਸ ਫਾਲ ਬੈਕ ਹੁੰਦੀ ਹੈ ਅਰਥ ਤੇ। ਮੀਨਸ ਕੋਈ ਵੀ ਬਾਡੀ ਹਮੇਸ਼ਾ ਅਰਥ ਤੇ ਹੀ ਫਾਲ ਬੈਕ ਹੁੰਦੀ ਹੈ। ਆਪਾਂ ਇਹ ਸਪੋਜ਼ ਕਰ ਸਕਦੇ ਹਾਂ ਕਿ ਆਪਾਂ ਕਿਸੇ ਇਸ ਤਰ੍ਹਾਂ ਡਿਵਾਈਸ ਨਾਲ ਕਿਸੇ ਬਾਡੀ ਨੂੰ ਇੰਨੀ ਕੁ ਵੈਲੋਸਿਟੀ ਦਿੱਤੀ ਜਾਵੇ ਕਿ ਉਹ ਇੰਨੀ ਜ਼ਿਆਦਾ ਹਾਈਟ ਅਟੇਨ ਕਰ ਲਵੇ ਕਿ ਉਹ ਅਰਥ ਦੇ ਗ੍ਰੈਵਿਟੇਸ਼ਨਲ ਫੀਲਡ ਤੋਂ ਬਾਹਰ ਚਲੀ ਜਾਵੇ। ਠੀਕ ਹੈ, ਉਸ ਵੈਲੋਸਿਟੀ ਨੂੰ ਜਿਹੜੀ ਆਪਾਂ ਮੈਨੂਅਲੀ ਤਾਂ ਕਰ ਨਹੀਂ ਸਕਦੇ, ਆਪਾਂ ਕਿਸੇ ਡਿਵਾਈਸ ਨਾਲ ਹੀ ਕਰਾਂਗੇ। ਉਸ ਵੈਲੋਸਿਟੀ ਨੂੰ ਆਪਾਂ ਕਹਿੰਦੇ ਆ ਐਸਕੇਪ ਵੈਲੋਸਿਟੀ। ਐਸਕੇਪ ਵੈਲੋਸਿਟੀ, ਐਸਕੇਪ ਵਰਡ ਤੋਂ ਤੁਸੀਂ ਸਮਝ ਸਕਦੇ ਹੋ ਕਿ ਬਚ ਕੇ ਨਿਕਲਣਾ। ਠੀਕ ਹੈ, ਕੋਈ ਬਾਡੀ ਅਰਥ ਦੀ ਗ੍ਰੈਵਿਟੇਸ਼ਨਲ ਫੀਲਡ ਤੋਂ ਬਚ ਕੇ ਨਿਕਲ ਰਹੀ ਹੈ। ਜੇ ਆਪਾਂ ਡੈਫੀਨੇਸ਼ਨ ਦੀ ਗੱਲ ਕਰੀਏ ਐਸਕੇਪ ਵੈਲੋਸਿਟੀ ਦੀ, it is referred to as the minimum velocity needed by any body or object to be projected to overcome the gravitational pull of the planet Earth। means अर्थ planet ਤੋਂ ਗ੍ਰੈਵਿਟੇਸ਼ਨਲ ਫੀਲਡ ਨੂੰ ਓਵਰਕਮ ਕਰਨ ਲਈ ਜਿੰਨੀ ਮਿਨੀਮਮ ਵੈਲੋਸਿਟੀ ਆਪਾਂ ਨੂੰ ਚਾਹੀਦੀ ਹੈ। ਠੀਕ ਹੈ, that much velocity is called escape velocity। ਅਰਥ ਦੀ ਗੱਲ ਕਰ ਰਹੇ ਹਾਂ ਆਪਾਂ। ਅਰਥ ਦੀ escape velocity ਹੁੰਦੀ ਹੈ ਕਿਸੇ ਬਾਡੀ ਨੂੰ escape ਕਰਾਉਣ ਲਈ 11.2 ਕਿਲੋਮੀਟਰ ਪਰ ਸੈਕਿੰਡ। this much। ਹੁਣ ਇਹ ਫਾਰਮੂਲੇ ਤੋਂ ਆਪਾਂ ਕੈਲਕੂਲੇਸ਼ਨ ਕਰਕੇ ਡਰਾਈਵ ਕੀਤਾ ਹੈ। ਇਹ ਫਾਰਮੂਲਾ ਡਰਾਈਵ ਕਰਨਾ ਸਿੱਖਾਂਗੇ ਕਿ ਅਰਥ ਦੀ escape velocity ਕਿੰਨੀ ਹੈ। ਦੇਖੋ ਬੇਟਾ, ਇਹੀ ਅਰਥ ਹੈ। ਸਪੋਜ਼ ਕਰ ਲਓ ਡਾਇਗਰਾਮ ਦੇ ਵਿੱਚ this is the center of earth and this is capital R radius of earth and ਇਹ ਸਰਫੇਸ ਹੈ। ਸਰਫੇਸ ਤੇ ਆਪਾਂ ਇੱਕ ਪੁਆਇੰਟ ਕੰਸੀਡਰ ਕੀਤਾ A ਐਂਡ P ਪੁਆਇੰਟ ਤੇ ਇੱਕ ਬਾਡੀ ਪਈ ਹੈ। ਠੀਕ ਹੈ, ਇਸ ਪੁਆਇੰਟ ਤੇ ਗ੍ਰੈਵਿਟੇਸ਼ਨਲ ਫੀਲਡ ਉਹ ਬਾਡੀ ਫੀਲ ਕਰ ਰਹੀ ਹੈ ਅਰਥ ਦਾ। ਠੀਕ ਹੈ, ਉਹ ਗ੍ਰੈਵਿਟੇਸ਼ਨਲ ਫੋਰਸ ਕਿੰਨਾ ਹੋਏਗਾ ਬੇਟਾ? ਤੁਹਾਨੂੰ ਫਾਰਮੂਲਾ ਬਾਰ-ਬਾਰ ਇਹ ਹੁਣ ਤੱਕ ਯਾਦ ਹੋ ਗਿਆ, ਬੜਾ ਅੱਛੀ ਤਰ੍ਹਾਂ ਸਮਝ ਵੀ ਆ ਗਿਆ। ਉਹ ਗ੍ਰੈਵਿਟੇਸ਼ਨਲ force of attraction on the body at P point ਹੋਏਗਾ F is equal to G M upon x square। x is the distance from this point to this point। ਠੀਕ ਹੈ, ਆਪਾਂ ਇਸ x distance ਤੋਂ ਅੱਗੇ ਸਪੋਜ਼ ਕਰਨਾ ਹੈ ਕਿ ਆਪਾਂ dx ਇੰਨਾ ਕੁ distance move ਕਰਨਾ ਹੈ। ਕਿਸੇ ਬਾਡੀ ਨੂੰ P ਤੋਂ ਲੈ ਕੇ Q ਤੱਕ ਲੈ ਕੇ ਜਾਣਾ ਹੈ ਆਪਾਂ। ਠੀਕ ਹੈ, ਉਸ ਪੁਆਇੰਟ ਤੱਕ ਲੈ ਕੇ ਜਾਣ ਲਈ dx ਡਿਸਟੈਂਸ ਮੂਵ ਕਰੇਗੀ ਉਹ ਬਾਡੀ ਐਂਡ ਇਹ ਡਿਸਟੈਂਸ ਕਵਰ ਕਰਾਉਣ ਲਈ ਆਪਾਂ ਨੂੰ ਕੁਝ ਵਰਕ ਡਨ ਕਰਨਾ ਪਏਗਾ। ਠੀਕ ਹੈ, ਕਿਉਂਕਿ ਅਪਵਰਡ ਡਾਇਰੈਕਸ਼ਨ ਜਾ ਰਹੀ ਹੈ, ਅਗੇਂਸਟ ਗ੍ਰੈਵਿਟੇਸ਼ਨਲ ਫੋਰਸ ਜਾ ਰਹੀ ਹੈ। ਦੈਟ ਮੀਨਸ ਆਪਾਂ ਨੂੰ ਕੁਝ ਵਰਕ ਡਨ ਕਰਨਾ ਪਏਗਾ। ਦੈਟ ਵਰਕ ਡਨ ਕਿੰਨਾ ਹੋਏਗਾ? ਸਮਾਲ ਵਰਕ ਡਨ। ਠੀਕ ਹੈ, ਆਪਾਂ ਹਾਲੇ ਸਮਾਲ ਵਰਕ ਡਨ ਦੀ ਗੱਲ ਕਰਾਂਗੇ। dw ਜਦੋਂ ਵੀ ਬੇਟਾ ਤੁਹਾਨੂੰ ਪਤਾ ਹੈ ਸਮਾਲ ਵਰਕ ਡਨ ਦੀ ਗੱਲ ਕਰਦੇ ਹੁੰਦੇ ਆ, ਸਮਾਲ ਕੁਆਂਟੀਟੀ ਦੀ ਗੱਲ ਕਰਦੇ ਆ, ਦੈਨ ਵੀ ਪੁੱਟ d। ਵਰਕ ਡਨ ਫੋਰਸ ਇਨਟੂ ਡਿਸਟੈਂਸ ਹੁੰਦਾ ਹੈ। ਇਸ ਕੇਸ 'ਚ ਫੋਰਸ ਇਨਟੂ ਆਪਾਂ ਡਿਸਟੈਂਸ dx ਲਵਾਂਗੇ। ਫੋਰਸ ਦੀ ਵੈਲਿਊ ਆਪਾਂ ਇਹ ਵਾਲੀ ਭਰ ਰਹੇ ਹਾਂ ਇਸ ਦੇ ਵਿੱਚ Gmm upon x square ਇਨਟੂ dx। ਠੀਕ ਹੈ, ਟੋਟਲ ਵਰਕ ਡਨ ਕੱਢਾਂਗੇ ਹੁਣ ਆਪਾਂ। ਟੋਟਲ ਵਰਕ ਡਨ ਕਿਵੇਂ ਕੱਢਾਂਗੇ? ਇੰਟੀਗ੍ਰੇਸ਼ਨ ਕਰਕੇ ਕੱਢਦੇ ਹੁੰਦੇ ਆ ਆਪਾਂ। ਫਿਜ਼ਿਕਸ ਦੇ ਵਿੱਚ ਹਰੇਕ ਫਾਰਮੂਲੇ 'ਚ ਇਸ ਤਰ੍ਹਾਂ ਹੀ ਕਰਦੇ ਹੁੰਦੇ ਆ। ਪਹਿਲਾਂ ਸਮਾਲ ਕੁਆਂਟੀਟੀ ਲੈ ਕੇ ਉਹਦਾ ਇੰਟੀਗ੍ਰੇਸ਼ਨ ਕਰਕੇ ਆਪਾਂ ਟੋਟਲ ਕੁਆਂਟੀਟੀ ਕੱਢ ਲੈਂਦੇ ਹੁੰਦੇ ਆ। ਟੋਟਲ ਵਰਕ ਡਨ ਆਪਾਂ ਕੱਢਾਂਗੇ x ਸਪੋਜ਼ ਕਰਾਂਗੇ r। ਠੀਕ ਹੈ, ਮਤਲਬ ਇੱਥੋਂ ਸਰਫੇਸ ਤੋਂ ਲੈ ਕੇ ਆਪਾਂ ਬਿਯੋਂਡ ਇਨਫਿਨਿਟੀ ਤੱਕ ਲੈ ਕੇ ਜਾਣਾ। ਮੀਨਸ r ਤੋਂ ਲੈ ਕੇ ਇਨਫਿਨਿਟੀ ਤੱਕ ਆਪਾਂ ਬਾਡੀ ਮੂਵ ਕਰਾਣੀ ਹੈ। ਠੀਕ ਹੈ, ਇਹ ਕੈਲਕੂਲੇਟ ਕਰਾਂਗੇ ਬਾਈ ਇੰਟੀਗ੍ਰੇਟਿੰਗ। ਟੋਟਲ ਵਰਕ ਡਨ ਆ ਜਾਏਗਾ ਆਪਣੇ ਕੋਲੇ
ठीक है। डी डब्ल्यू का इंटीग्रेशन डब्ल्यू, अगे इस फॉर्मूले का इंटीग्रेशन आर तो लेके इन्फिनिटी तक। आर मीनस स्टार्टिंग लिमिट्स, इन्फिनिटी मीनस एंड ऑफ द लिमिट, जिथे तक आप बॉडी लेके जानी है। ਹੁਣ ਇਸ ਕੁਆਂਟੀਟੀ 'ਚ बेटा ਤੁਸੀਂ ਦੇਖ ਸਕਦੇ ਹੋ जी कांस्टेंट है, यूनिवर्सल ग्रेविटेशनल कांस्टेंट, एम कांस्टेंट है, मास ऑफ अर्थ है, एंड स्मॉल एम ਜਿਹੜੀ बॉडी ਨੂੰ ਜਾਂ ਆਪਾਂ ਸੈਟੇਲਾਈਟ ਕਿਸੇ ਵੀ ਚੀਜ਼ ਨੂੰ ਲੈ ਕੇ ਜਾ ਰਹੇ ਹਾਂ ਉਹ कांस्टेंट है। ठीक है, कांस्टेंट ਜਿਹੜੀ ਕੁਆਂਟੀਟੀਜ਼ ਹੈ ਆਪਾਂ ਬਾਹਰ ਕੱਢ ਲੀਆਂ। इंटीग्रेशन ਦੇ ਵਿੱਚ ਰਹਿ ਗਿਆ x ਦੀ ਪਾਵਰ -2, this 1/x square will become x ਦੀ ਪਾਵਰ -2 into dx। ठीक है, ਉਸ ਤੋਂ ਬਾਅਦ ਆਪਾਂ x ਦੀ ਪਾਵਰ -2 ਦਾ ਇੰਟੀਗ੍ਰੇਸ਼ਨ ਕਰਨਾ ਹੈ। ਤੁਹਾਨੂੰ ਪਤਾ ਇੰਟੀਗ੍ਰੇਸ਼ਨ ਦੇ ਵਿੱਚ ਆਪਾਂ +1 ਕਰਦੇ ਹੁੰਨੇ ਆ ਪਾਵਰ 'ਚ। ਠੀਕ ਹੈ, x ਦੀ ਪਾਵਰ -2 + 1, x ਦੀ ਪਾਵਰ -1 ਆ ਜਾਏਗਾ। ਅਪੋਨ ਡਿਨੋਮੀਨੇਟਰ 'ਚ ਆਪਾਂ ਕਰਦੇ ਹੁੰਨੇ ਆ ਜਿੰਨੀ x ਦੀ ਪਾਵਰ ਹੁੰਦੀ ਉਸ 'ਚ +1। ਠੀਕ ਹੈ, -2 + 1, ਇਹ -1 ਆ ਜਾਏਗਾ। ਹੁਣ ਇੱਥੇ x ਦੀ ਪਾਵਰ -1 ਹੈ, ਆਪਾਂ ਲਿਖ ਸਕਦੇ ਹਾਂ 1/x। ਠੀਕ ਹੈ, ਇਸ -2 + 1 ਨਾਲ -1 ਆ ਗਿਆ, ਇਸ ਮਾਈਨਸ ਸਾਈਨ ਨੂੰ ਆਪਾਂ ਬਾਹਰ ਲੈ ਆਏ। ਠੀਕ ਹੈ, ਇਸ ਦੇ ਅੰਦਰ ਰਹਿ ਗਿਆ 1/x ਤੇ ਹਲੇ ਆਪਾਂ ਲਿਮਿਟਸ ਉਸ ਤਰ੍ਹਾਂ ਹੀ ਲਿਖਾਂਗੇ r to infinity, this r to infinity। now minus gmm ਆਪਾਂ ਲਿਮਿਟਸ ਪੁੱਟ ਕਰਾਂਗੇ। ਸਭ ਤੋਂ ਪਹਿਲਾਂ ਅਪਰ ਲਿਮਿਟ ਪੁੱਟ ਕਰਦੇ ਹੁੰਨੇ ਆ, x ਦੀ ਜਗ੍ਹਾ ਅਪਰ ਲਿਮਿਟ ਇਨਫਿਨਿਟੀ ਪੁੱਟ ਕਰਾਂਗੇ, ਦੈਨ ਮਾਈਨਸ ਸਾਈਨ ਹੁੰਦਾ ਹੈ, ਦੈਨ ਲੋਅਰ ਲਿਮਿਟ ਹੁੰਦੀ ਹੈ, ਮੀਨਸ x ਦੀ ਜਗ੍ਹਾ ਤੇ ਆਪਾਂ ਲੋਅਰ ਲਿਮਿਟ r ਪੁੱਟ ਕਰਾਂਗੇ। 1/infinity -1/r, 1/infinity is 0। ਆਪਣੇ ਕੋਲ ਕੀ ਰਹਿ ਗਿਆ -1/r। ਦੇਖੋ ਬੇਟਾ ਮਾਈਨਸ ਮਾਈਨਸ ਇੱਥੇ ਆ ਕੇ ਪਲੱਸ ਹੋ ਜਾਏਗਾ, ਇਸ ਕਰਕੇ ਆਪਾਂ ਮਾਈਨਸ ਸਾਈਨ ਇੱਥੋਂ ਰਿਮੂਵ ਕਰਤਾ ਤੇ ਆਪਣੇ ਕੋਲ ਰਹਿ ਜਾਏਗਾ ਅਪੋਨ r, gmm/r। ਇਹ ਵਰਕ ਡਨ ਹੋਏਗਾ टोटल, पर वर्क डन होएगा किस कॉस्ट ते? काइनेटिक एनर्जी दी कॉस्ट ते। ठीक है, ਜਿਹੜੀ ਆਪਾਂ ਬੋਡੀ ਨੂੰ ਜਦੋਂ ਆਪਾਂ ਸਰਫੇਸ ਆਫ ਅਰਥ ਤੇ ਖੜੇ ਆ, ਬੋਡੀ ਨੂੰ ਕਿਸੇ ਵੈਲੋਸਿਟੀ ਨਾਲ ਆਪਾਂ ਐਸਕੇਪ ਕਰ ਰਹੇ ਆ, ਉਹਨੂੰ ਉਸ ਟਾਈਮ ਆਪਾਂ ਕਾਈਨੈਟਿਕ એનર્ਜੀ ਦੇ ਰਹੇ ਆ। ਠੀਕ ਹੈ, ਇਸ ਕਾਈਨੈਟਿਕ એનર્ਜੀ ਕਰਕੇ ਹੀ ਵਰਕ ਡਨ ਹੋਏਗਾ। ਕਾਈਨੈਟਿਕ એનર્ਜੀ ਦੀ ਵੈਲੋਸਿਟੀ ਕਿਹੜੀ ਹੋਏਗੀ? that will be escape velocity। ਠੀਕ ਹੈ, escape velocity ਨੂੰ ਆਪਾਂ ਡਿਨੋਟ ਕਰਾਂਗੇ ve ਨਾਲ, this ve। ਠੀਕ ਹੈ, now kinetic energy will be equal to this work done, half mve square is equal to gmm/r। ਹੁਣ ਹਾਫ mv ਸਕੁਅਰ ਜਗ੍ਹਾ ਆਪਾਂ ve ਲਿਖ ਰਹੇ ਹਾਂ ਕਿਉਂਕਿ escape velocity ਦੀ ਗੱਲ ਕਰ ਰਹੇ ਹਾਂ। ਇਸ 'ਚ ਆਪਾਂ ve ਦੀ ਵੈਲਿਊ ਕੱਢ ਲਈ, ve ਸਕੁਅਰ will ਇਕੁਅਲ ਟੂ 2gm/r। ਇਹ 2 ਇੱਧਰ ਜਾ ਕੇ ਕ੍ਰਾਸ ਮਲਟੀਪਲਾਈ ਹੋ ਗਿਆ। ਠੀਕ ਹੈ, ਹੁਣ ਸਕੁਅਰ ਰਿਮੂਵ ਕਰਨ ਲਈ ਇੱਧਰ ਬੇਟੇ ਆਪਾਂ ਸਕੁਅਰ ਰੂਟ ਲਗਾਵਾਂਗੇ, ve is equal to ਸਕੁਅਰ ਰੂਟ 2gm/r। ਪਿਛਲੇ ਆਰਟੀਕਲ 'ਚ ਤੁਸੀਂ ਕੱਢਿਆ ਸੀਗਾ ਕੈਪੀਟਲ G ਤੇ ਸਮਾਲ g ਦੇ ਵਿੱਚ ਰਿਲੇਸ਼ਨ ਕੱਢਿਆ ਸੀਗਾ, g is equal to gm/r ਸਕੁਅਰ। ਠੀਕ ਹੈ, ਇਹ ਫਾਰਮੂਲਾ ਤੁਹਾਨੂੰ ਬਾਰ-ਬਾਰ ਯੂਜ਼ ਹੋਏਗਾ, ਇਹ ਫਾਰਮੂਲਾ ਤੁਸੀਂ ਯਾਦ ਰੱਖਣਾ ਹਮੇਸ਼ਾ। ਇਸ ਫਾਰਮੂਲੇ ਤੋਂ ਆਪਾਂ ਕੈਲਕੂਲੇਟ ਕਰ ਲਿਆ gm ਦੀ ਵੈਲਿਊ, gm will be equal to gr ਸਕੁਅਰ। ਹੁਣ ਇਸ gm ਦੀ ਜਗ੍ਹਾ ਆਪਾਂ gr ਸਕੁਅਰ ਵੀ ਪੁੱਟ ਕਰ ਸਕਦੇ ਹਾਂ, ਮੀਨ ਇੱਥੇ ਹੋ ਗਿਆ 2gr ਸਕੁਅਰ r। ਇੱਕ r ਨਾਲ ਇੱਕ r ਕੈਂਸਲ ਹੋ ਗਿਆ, ਆਪਣੇ ਕੋਲ ਕੀ ਰਹਿ ਗਿਆ ve, escape velocity is equal to square root 2gr। this is the formula of escape velocity। ਜਿਹੜਾ ਮੈਂ ਪਿੱਛੇ ਤੁਹਾਨੂੰ ਦੱਸ ਕੇ ਆਈ ਹਾਂ ਕਿ ਆਪਣਾ ਅਰਥ ਦੀ 11.2 ਜਿਹੜੀ ਹੈਗੀ ਹੈ escape velocity ਕੱਢੀ ਸੀ, ਉਹ ਇਸੇ ਫਾਰਮੂਲੇ ਨਾਲ ਕੱਢੀ ਸੀ ਆਪਾਂ, square root 2gr। g ਦੀ ਵੈਲਿਊ ਤੁਹਾਨੂੰ ਪਤਾ ਹੈ 9.8 ਮੀਟਰ ਪਰ ਸੈਕਿੰਡ, ਰੇਡੀਅਸ ਆਫ ਅਰਥ 6.4 into 10⁶ ਮੀਟਰ। ਇਹ ਵੈਲਿਊਜ਼ ਪੁੱਟ ਕਰਕੇ ਆਪਾਂ escape velocity ਦੀ ਵੈਲਿਊ ਫਾਈਂਡ ਆਊਟ ਕਰ ਸਕਦੇ ਹਾਂ। ਇਸ ਤਰ੍ਹਾਂ ਹੀ ਬੇਟੇ ਆਪਾਂ ਮੂਨ ਦੀ ਵੀ ਕੱਢ ਸਕਦੇ ਹਾਂ escape velocity, ਕਿ ਮੂਨ ਦੀ ਸਰਫੇਸ ਦੇ ਉੱਤੇ escape velocity ਕਿੰਨੀ ਹੋਏਗੀ। ਨੈਕਸਟ ਹੈ orbital velocity। ਆਪਾਂ ਕੋਈ ਬੋਡੀ ਅਰਥ ਤੇ ਸੀਗੀ, ਅਰਥ ਤੋਂ escape ਕਰਤੀ, ਬਚ ਕੇ ਨਿਕਲ ਗਈ ਉਹ ਗ੍ਰੈਵਿਟੇਸ਼ਨਲ ਫੀਲਡ ਤੋਂ, ਬਟ ਦੈਨ ਆਪਾਂ ਇਹ ਚਾਹਾਂਗੇ ਕਿ ਉਹ ਕਿਸੇ ਔਰਬਿਟ 'ਚ ਘੁੰਮੇ। ਠੀਕ ਹੈ, ਜੇ ਆਪਾਂ ਕਿਸੇ ਸਪੋਜ਼ ਕਰੋ ਸੈਟੇਲਾਈਟ ਤੋਂ ਕੋਈ ਇਨਫੋਰਮੇਸ਼ਨ ਲੈਣੀ ਹੈ
ਤੁਹਾਨੂੰ ਪਤਾ ਹੈ ਸੈਟੇਲਾਈਟ ਅੱਜ ਕੱਲ ਹਰੇਕ ਥਾਂ ਤੇ ਸਭ ਕੁਝ ਦੱਸ ਰਹੇ ਆ, ਕਿੱਥੇ ਵੀ ਕਿੱਥੇ ਪਾਣੀ ਹੈ, ਕਿੱਥੇ ਜੰਗਲ ਹੈ, ਕਿੱਥੇ ਅੱਗ ਲੱਗੀ ਹੋਈ ਹੈ, ਹਨਾ। ਪਰ ਉਹ ਉਹਦੇ ਲਈ ਨੈਸੈਸਰੀ ਹੈ ਕਿ ਉਹ ਕਿਸੇ ਆਰਬਿਟ 'ਚ ਘੁੰਮੇ, ਠੀਕ ਹੈ। ਆਰਬਿਟ 'ਚ ਘੁੰਮਣ ਲਈ ਜਿਹੜੀ ਵੈਲੋਸਿਟੀ ਨੀਡਡ ਹੁੰਦੀ ਹੈ ਦੈਟ ਮੀਨਸ ਆਰਬਿਟਲ ਵੈਲੋਸਿਟੀ, ਠੀਕ ਹੈ। ਆਰਬਿਟਲ ਵੈਲੋਸਿਟੀ ਹੁਣ ਤੁਸੀਂ ਸਰਕਲ 'ਚ ਘੁੰਮ ਰਿਹਾ, ਤੁਸੀਂ ਪਹਿਲਾਂ ਚੈਪਟਰ 'ਚ ਸਰਕੂਲਰ ਮੋਸ਼ਨ ਵਾਲੇ ਚੈਪਟਰ 'ਚ ਸੈਂਟਰੀਪੀਟਲ ਫੋਰਸ ਪੜਿਆ ਸੀਗਾ, ਠੀਕ ਹੈ। that centripetal force will provide it energy to move in orbital motion. ਸੈਂਟਰੀਪੀਟਲ ਫੋਰਸ ਦਾ ਤੁਹਾਨੂੰ ਫਾਰਮੂਲਾ ਯਾਦ ਹੋਏਗਾ mv ਸਕੁਅਰ ਅਪੋਨ r। ਹੁਣ ਆਪਾਂ ਆਰਬਿਟਲ ਵੈਲੋਸਿਟੀ ਦੀ ਗੱਲ ਕਰ ਰਹੇ ਹਾਂ, ਇਸ ਕਰਕੇvo ਲਵਾਂਗੇ, ਠੀਕ ਹੈ। ਇਸ mv ਸਕੁਅਰ ਅਪੋਨ r ਦੀ ਜਗ੍ਹਾ ਆਪਾਂ ਕੀ ਲਵਾਂਗੇ, ਨਾਓ r ਪਲਸ h ਲਵਾਂਗੇ। ਦਿਸ r ਦੇਖੋ ਅਰਥ ਦੇ ਸੈਂਟਰ ਤੋਂ ਲੈ ਕੇ ਜਿੱਥੇ ਤੱਕ ਸੈਟੇਲਾਈਟ ਜਾਂ ਕੋਈ ਬੋਡੀ ਮੂਵ ਕਰ ਰਹੀ ਹੈ that is small r distance, but that small r is equal to this radius of earth plus height, ਜਿੰਨੀ ਹਾਈਟ ਤੇ ਉਹ ਰਿਵੋਲਵ ਕਰ ਰਿਹਾ ਹੈ, ਠੀਕ ਹੈ। ਨਾਓ this formula will be changed into this, r ਦੀ ਜਗ੍ਹਾ r plus h ਲਿਖਤਾ ਆਪਾਂ। ਹੁਣ ਗ੍ਰੈਵੀਟੇਸ਼ਨਲ ਫੋਰਸ, ਕਿਉਂਕਿ ਗ੍ਰੈਵੀਟੇਸ਼ਨਲ ਫੋਰਸ ਤਾਂ ਐਕਟ ਕਰ ਹੀ ਰਹੀ ਹੈ, ਤਾਂ ਹੀ ਉਹ ਬੋਡੀ ਜਿਹੜੀ ਹੈਗੀ ਹੈ ਆਰਬਿਟਲ ਦੇ ਵਿੱਚ ਘੁੰਮ ਰਹੀ ਹੈ, ਠੀਕ ਹੈ। ਥਰੋ ਬੈਕ ਨਹੀਂ ਹੋ ਰਹੀ, ਅਰਥ ਦੇ ਉੱਤੇ ਫਾਲ ਬੈਕ ਨਹੀਂ ਹੋ ਰਹੀ, ਬਟ ਕਿਤੇ ਨਾ ਕਿਤੇ ਉਹ ਇਸ ਆਰਬਿਟ ਦੇ ਵਿੱਚ ਇਸੇ ਕਰਕੇ ਘੁੰਮ ਰਹੀ ਹੈ ਕਿਉਂਕਿ ਆਰਬਿਟਲ ਦੇ ਵਿੱਚ ਗ੍ਰੈਵੀਟੇਸ਼ਨਲ ਮੋਸ਼ਨ ਐਂਡ ਸੈਂਟਰੀਪੀਟਲ ਫੋਰਸ ਜਿਹੜਾ ਹੈਗਾ ਉਹ ਬੈਲੈਂਸ ਹੋ ਰਿਹਾ ਹੈ, ਬਰਾਬਰ ਹੋ ਰਿਹਾ ਹੈ, ਤੇ ਇਹੀ ਜਿਹੜਾ ਗ੍ਰੈਵੀਟੇਸ਼ਨਲ ਫੋਰਸ ਹੈ ਉਹਨੂੰ ਸਟੇਬਲ ਕਰ ਰਿਹਾ ਹੈ, ਠੀਕ ਹੈ। ਇਹ ਗ੍ਰੈਵੀਟੇਸ਼ਨਲ ਫੋਰਸ ਦਾ ਫਾਰਮੂਲਾ ਤੁਹਾਨੂੰ ਯਾਦ ਹੈ gmm ਅਪੋਨ r ਸਕੁਅਰ। ਨਾਓ r ਦੀ ਜਗ੍ਹਾ ਆਪਾਂ ਕੀ ਲਵਾਂਗੇ, r plus h ਦਾ ਸਕੁਅਰ, ਠੀਕ ਹੈ। ਇਸ ਫਾਰਮੂਲੇ ਦੇ ਉੱਤੋਂ ਆਪਾਂ v ਆਰਬਿਟਲ ਵੈਲੋਸਿਟੀ ਦਾ ਫਾਰਮੂਲਾ ਕੱਢ ਸਕਦੇ ਹਾਂ, ਸਕੁਅਰ ਰੂਟ gm ਅਪੋਨ r plus h। ਹੁਣ ਸੇਮ gm ਦੀ ਜਗ੍ਹਾ ਆਪਾਂ ਪੁੱਟ ਕਰ ਸਕਦੇ ਹਾਂ gr ਸਕੁਅਰ, ਠੀਕ ਹੈ। ਇਹਦੀ ਜਗ੍ਹਾ ਆਪਾਂ gm ਦੀ ਜਗ੍ਹਾ ਪੁੱਟ ਕਰਤਾ gr ਸਕੁਅਰ ਅਪੋਨ r plus h, ਠੀਕ ਹੈ। ਇਹ ਆਰਬਿਟਲ ਵੈਲੋਸਿਟੀ ਦਾ ਆਪਣਾ ਫਾਰਮੂਲਾ ਆ ਗਿਆ। ਬਟ ਆਪਾਂ ਇਹਦੇ ਵਿੱਚ ਇੱਕ ਹੋਰ ਕੇਸ ਕੰਸੀਡਰ ਕਰਾਂਗੇ ਕਿ ਜੇ ਇਹ h ਜਿਹੜਾ ਹੈਗਾ, ਆਪਾਂ ਬੋਡੀ ਕੋਈ ਸੈਟੇਲਾਈਟ ਹੈ ਜੋ ਜ਼ਿਆਦਾ ਹਾਈਟ ਤੇ ਨਹੀਂ ਛੋੜਿਆ ਹੈਗਾ, ਉਹਦੀ ਜਸਟ ਹਾਈਟ ਸਪੋਜ਼ ਕਰੋ ਬਹੁਤ ਘੱਟ ਹੈ 200 ਕਿਲੋਮੀਟਰ ਹੈ, ਠੀਕ ਹੈ। ਦੈਨ ਆਪਾਂ ਇਗਨੋਰ ਕਰ ਸਕਦੇ ਹਾਂ ਐਜ਼ ਕੰਪੇਅਰ ਟੂ r 200 ਕਿਲੋਮੀਟਰ ਨੂੰ, ਕਿਉਂਕਿ r ਤਾਂ ਬਹੁਤ ਜ਼ਿਆਦਾ ਹੁੰਦਾ ਹੈ 6.4 into 10⁶ ਮੀਟਰ, ਠੀਕ ਹੈ। ਉਹਦੇ ਕੰਪੈਰੀਟਿਵਲੀ ਆਪਾਂ h ਨੂੰ ਇਗਨੋਰ ਕਰ ਸਕਦੇ ਹਾਂ, ਦੈਨ r plus h ਨੂੰ ਆਪਾਂ r ਹੀ ਲਿਖ ਸਕਦੇ ਹਾਂ, ਠੀਕ ਹੈ। ਦੈਨ ਦਿਸ formula will become v orbital velocity square root into gr। I hope ਬੇਟਾ ਤੁਹਾਨੂੰ ਸਾਰਾ ਇਹ ਸਮਝ ਆ ਗਿਆ ਹੋਏਗਾ। ਥੈਂਕ ਯੂ, ਆਪਾਂ ਜਲਦੀ ਹੀ ਮਿਲਦੇ ਹਾਂ।